ਅੱਜ ਆਓ ਅਸੀਂ ਆਰਾਧਨਾ ਅਤੇ ਪਾਪਾਂ ਦੀ ਮਾਫੀ ਇਸ ਸਿਰਲੇਖ ਦੇ ਨਾਲ ਪਰਮੇਸ਼ਵਰ ਦਾ ਵਚਨ ਸਾਂਝਾ ਕਰੀਏ। ਆਓ ਅਸੀਂ ਇਹ ਸਮਝੀਏ ਕਿ ਸਾਡੀ ਨੇਚਾ ਦੇ ਜੀਵਨ ਵਿੱਚ ਆਰਾਧਨਾ ਕਿੰਨੀ ਮਹੱਤਵਪੂਰਨ ਹੈ। ਜਦੋਂ ਸਵਰਗ ਜਾਣ ਦੀ ਗੱਲ ਆਉਂਦੀ ਹੈ ਤਾਂ ਆਓ ਅਸੀਂ ਇਹ ਜਾਣੀਏ ਕਿ ਜੇਕਰ ਆਰਾਧਨਾ ਨਾ ਹੋਵੇ ਤਾਂ ਸਾਡੇ ਨਾਲ ਕੀ ਹੋਵੇਗਾ। ਅਸੀਂ ਆਜ਼ਾਦੀ ਨਾਲ ਆਰਾਧਨਾ ਕਰਦੇ ਸੀ, ਪਰ ਹੁਣ ਜਦੋਂ ਸਰਕਾਰੀ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ ਤਾਂ ਅਸੀਂ ਇਸ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਵਿੱਚ ਹਾਂ ਜਿੱਥੇ ਆਰਾਧਨਾ ਮਨਾ ਹੈ। ਅਸੀਂ ਉਹ ਆਰਾਧਨਾ ਜੋ ਹਮੇਸ਼ਾ ਸ਼ਾਂਤੀ ਵਿੱਚ ਕੀਤੀ ਹੈ ਅਤੇ ਉਸ ਆਰਾਧਨਾ ਦੇ ਵਿਚਕਾਰ ਅੰਤਰ ਮਹਿਸੂਸ ਕਰਦੇ ਹਾਂ ਜੋ ਅਸੀਂ ਐਮਰਜੈਂਸੀ ਦੇ ਸਮੇਂ ਵਿੱਚ ਕਰ ਰਹੇ ਹਾਂ। ਅੱਜ ਆਓ ਅਸੀਂ ਬਾਈਬਲ ਦੇ ਜ਼ਰੀਏ ਇਹ ਸਿੱਖਣ ਦਾ ਸਮੇਂ ਲਈਏ ਕਿ ਪਰਮੇਸ਼ਵਰ ਆਰਾਧਨਾ ਨਾਲ ਸਾਨੂੰ ਪਾਪਾਂ ਦੀ ਮਾਫੀ ਦਿੰਦੇ ਹਨ। ਬਾਈਬਲ ਦੇ ਅਨੁਸਾਰ ਆਦਮ ਅਤੇ ਹਵਾ ਦੇ ਪਾਪ ਕਰਨ ਤੋਂ ਬਾਅਦ ਹੀ ਪਰਮੇਸ਼ਵਰ ਅਤੇ ਮਨੁੱਖਾਂ ਦੇ ਵਿੱਚ ਆਰਾਧਨਾ ਦਾ ਨਿਰਮਾਣ ਕੀਤਾ ਗਿਆ। ਆਰਾਧਨਾ ਦੀ ਮੂਲ ਵਿਸ਼ੇਸ਼ਤਾ ਤੋਬਾ ਅਤੇ ਪਾਪਾਂ ਦੀ ਮਾਫੀ ਹੈ। ਜਿਨ੍ਹਾਂ ਨੇ ਤੋਬਾ ਨਹੀਂ ਕੀਤੀ ਉਹ ਆਰਾਧਨਾ ਨਹੀਂ ਕਰ ਸਕਦੇ, ਅਤੇ ਜੋ ਆਰਾਧਨਾ ਨਹੀਂ ਕਰਦੇ ਉਹਨਾਂ ਦੇ ਲਈ ਆਪਣੇ ਪਾਪਾਂ ਦੀ ਮਾਫੀ ਪਾਉਣ ਦਾ ਰਾਹ ਨਹੀਂ। ਕਾਇਨ ਦਾ ਬਲੀਦਾਨ ਅਤੇ ਹਾਬਿਲ ਦਾ ਬਲੀਦਾਨ ਬਾਈਬਲ ਵਿੱਚ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਨਾ? ਬਲੀਦਾਨ ਅਤੇ ਆਰਾਧਨਾ ਇੱਕ ਹੀ ਹੈ। ਹਾਬਿਲ ਦੀ ਆਰਾਧਨਾ ਅਤੇ ਕਾਇਨ ਦੀ ਆਰਾਧਨਾ, ਉਹਨਾਂ ਨੇ ਕਿਉਂ ਆਰਾਧਨਾ ਕੀਤੀ ਸੀ? ਕਿਉਂਕਿ ਅਸੀਂ ਪਾਪਾਂ ਦੀ ਮਾਫੀ ਪਾ ਕੇ ਹੀ ਜੀਵਨ ਦੇ ਰਾਹ ਦੇ ਕੋਲ ਜਾ ਸਕਦੇ ਹਾਂ। ਇਸ ਲਈ ਪਰਮੇਸ਼ਵਰ ਨੇ ਆਰਾਧਨਾ ਦੇ ਜ਼ਰੀਏ ਹਾਬਿਲ ਅਤੇ ਕਾਇਨ ਨੂੰ ਪਾਪਾਂ ਦੀ ਮਾਫੀ ਪਾਉਣ ਦਾ ਰਾਹ ਸਿਖਾਇਆ, ਅਤੇ ਕਾਇਨ ਅਤੇ ਹਾਬਿਲ ਦੇ ਬਾਅਦ ਅਨੇਕ ਲੋਕਾਂ ਨੇ ਪਰਮੇਸ਼ਵਰ ਦੀ ਆਰਾਧਨਾ ਕਰਦੇ ਸਮੇਂ ਪਸ਼ੂਆਂ ਦੇ ਲਹੂ ਨਾਲ ਪਰਮੇਸ਼ਵਰ ਨੂੰ ਬਲੀਦਾਨ ਦੀ ਭੇਂਟ ਚੜਾਈ। ਇਸ ਤਰ੍ਹਾਂ ਮੂਸਾ ਦੇ ਸਮੇਂ ਤੱਕ ਹਜ਼ਾਰਾਂ ਸਾਲ ਬੀਤ ਗਏ। ਮੂਸਾ ਦੇ ਸਮੇਂ ਵਿੱਚ ਆਰਾਧਨਾ ਦੀ ਵਿਧੀ ਸਥਾਪਿਤ ਕੀਤੀ ਜਾਣ ਲੱਗੀ। ਤਦ ਤੱਕ ਬਹੁਤ ਪ੍ਰਕਾਰ ਦੀਆਂ ਵਿਧੀਆਂ ਛੱਡ ਦਿੱਤੀਆਂ ਗਈਆਂ, ਪਰ ਮੂਸਾ ਦੇ ਸਮੇਂ ਵਿੱਚ ਪਰਮੇਸ਼ਵਰ ਨੇ ਇਹ ਕਹਿੰਦੇ ਹੋਏ ਸੀਨੇ ਪਹਾੜ ਤੇ ਆਰਾਧਨਾ ਦੀ ਵਿਧੀ ਸਥਾਪਿਤ ਕੀਤੀ ਸੀ ਕਿ ਹੁਣ ਤੋਂ ਇਹਨਾਂ ਵਿਧੀਆਂ ਦੇ ਅਨੁਸਾਰ ਮੇਰੀ ਆਰਾਧਨਾ ਕਰਨਾ। ਇਹ ਪੁਰਾਣੇ ਨੇਮ ਦੀ ਵਿਵਸਥਾ ਹੈ। ਆਸਾਨ ਭਾਸ਼ਾ ਵਿੱਚ ਕਹੀਏ ਤਾਂ ਪਰਮੇਸ਼ਵਰ ਨੇ ਲੋਕਾਂ ਨੂੰ ਜਾਣਨ ਦਿੱਤਾ ਕਿ ਪੁਰਾਣੇ ਨੇਮ ਵਿੱਚ ਆਰਾਧਨਾ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਪੁਰਾਣਾ ਨੇਮ ਨਵੇਂ ਨੇਮ ਨੂੰ ਦਰਸਾਉਣ ਦੇ ਲਈ ਨਮੂਨਾ ਅਤੇ ਪਰਛਾਵਾਂ ਬਣ ਗਿਆ। ਪੁਰਾਣੇ ਨੇਮ ਦੇ ਸਮੇਂ ਵਿੱਚ ਸਾਰੀ ਆਰਾਧਨਾ ਨੂੰ ਲਹੂ ਵਹਾ ਕੇ ਸੰਚਾਲਿਤ ਕੀਤਾ ਜਾਂਦਾ ਸੀ, ਪਰ ਨਵੇਂ ਨੇਮ ਦੇ ਸਮੇਂ ਵਿੱਚ ਯੀਸ਼ੂ ਮਸੀਹ ਪਸਾ ਦੇ ਲੇਲੇ ਅਤੇ ਪ੍ਰਾਇਸ਼ਚਿਤ ਦੀ ਬਲੀ ਬਣੇ। ਨਵੇਂ ਨੇਮ ਦੀ ਆਰਾਧਨਾ ਦੀ ਵਿਵਸਥਾ ਸ਼ੁਰੂ ਹੋਣ ਲੱਗੀ। ਪੁਰਾਣੇ ਨੇਮ ਵਿੱਚ ਆਰਾਧਨਾ ਸੀ ਅਤੇ ਨਵੇਂ ਨੇਮ ਵਿੱਚ ਵੀ ਆਰਾਧਨਾ ਹੈ। ਆਰਾਧਨਾ ਦੇ ਬਿਨਾਂ ਪਾਪਾਂ ਦੀ ਮਾਫੀ ਨਹੀਂ ਦਿੱਤੀ ਜਾ ਸਕਦੀ। ਆਰਾਧਨਾ ਤੋਂ ਬਿਨਾਂ ਪਰਮੇਸ਼ਵਰ ਅਤੇ ਮਨੁੱਖ ਜਾਤੀ ਦੇ ਵਿੱਚ ਦੀ ਦੂਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸਾਡੀ ਨਿਹਚਾ ਦੇ ਜੀਵਨ ਵਿੱਚ ਆਰਾਧਨਾ ਇੰਨੀ ਕੀਮਤੀ ਹੈ। ਕੁਝ ਲੋਕ ਆਰਾਧਨਾ ਨੂੰ ਹਲਕੇ ਨਾਲ ਲੈ ਕੇ ਆਸਾਨੀ ਨਾਲ ਇਸ ਤਰ੍ਹਾਂ ਸੋਚਦੇ ਹਨ, ਮੈਨੂੰ ਸਿਰਫ ਸਹੀ ਸਮੇਂ ਤੇ ਆਰਾਧਨਾ ਕਰਨ ਦੀ ਜ਼ਰੂਰਤ ਹੈ, ਮੈਨੂੰ ਇਸ ਦੇ ਲਈ ਉਨੀ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ। ਪਰ ਨਵੇਂ ਨੇਮ ਦੀ ਆਪਣੀ ਵਿਧੀਆਂ ਅਤੇ ਵਿਵਸਥਾਵਾਂ ਹਨ, ਅਤੇ ਪੁਰਾਣੇ ਨੇਮ ਦੀ ਵੀ ਆਪਣੀ ਵਿਧੀਆਂ ਅਤੇ ਵਿਵਸਥਾਵਾਂ ਹਨ, ਹੈ ਨਾ? ਪੁਰਾਣੇ ਨੇਮ ਦੀ ਆਰਾਧਨਾ ਕਰਨ ਦਾ ਤਰੀਕਾ ਪੁਰਾਣੇ ਨੇਮ ਵਿੱਚ ਲਿਖਿਆ ਹੈ, ਅਤੇ ਨਵੇਂ ਨੇਮ ਦੀ ਆਰਾਧਨਾ ਕਰਨ ਦਾ ਤਰੀਕਾ ਨਵੇਂ ਨੇਮ ਵਿੱਚ ਲਿਖਿਆ ਹੈ। ਜੇਕਰ ਅਸੀਂ ਇਸ ਗੱਲ ਤੋਂ ਵਿਚਾਰ ਕਰੀਏ ਤਾਂ ਆਰਾਧਨਾ ਤੋਂ ਬਿਨਾਂ ਸਾਡੀ ਨੇਚਾ ਦੇ ਜੀਵਨ ਦੀ ਮੌਜੂਦਗੀ ਕਦੀ ਨਹੀਂ ਹੋ ਸਕਦੀ। ਸਾਨੂੰ ਆਰਾਧਨਾ ਦੀ ਜ਼ਰੂਰਤ ਹੈ। ਅਦਨ ਦੇ ਬਾਗ ਵਿੱਚ ਇਹ ਦਿਖਾਉਣ ਦੇ ਲਈ ਨਮੂਨੇ ਦੇ ਰੂਪ ਵਿੱਚ ਲਿਆ ਗਿਆ ਸੀ ਕਿ ਸਵਰਗ ਵਿੱਚ ਮਨੁੱਖ ਜਾਤੀ ਨੇ ਪਰਮੇਸ਼ਵਰ ਦੇ ਵਿਰੁੱਧ ਕਿਸ ਤਰ੍ਹਾਂ ਦਾ ਪਾਪ ਕੀਤਾ, ਅਤੇ ਅਦਨ ਵਿੱਚ ਹੋਈ ਘਟਨਾ ਨਾਲ ਪਰਮੇਸ਼ਵਰ ਨੇ ਸਾਨੂੰ ਇਹ ਦਿਖਾਇਆ ਕਿ ਅਸੀਂ ਕਿਵੇਂ ਪਾਪ ਕਰਕੇ
ਇਸ ਧਰਤੀ ਤੇ ਸੁੱਟ ਦਿੱਤੇ ਗਏ ਸੀ। ਇਸ ਲਈ ਸਾਡੇ ਲਈ ਗਵਾਚੇ ਹੋਏ ਸਵਰਗ ਨੂੰ ਫਿਰ ਤੋਂ ਦਿਲਾਉਣ ਦੇ ਲਈ ਪਰਮੇਸ਼ਵਰ ਆਰਾਧਨਾ ਦੇ ਜ਼ਰੀਏ ਇਹ ਜਾਣਨਾ ਚਾਹੁੰਦੇ ਹਨ ਕਿ ਸਾਡੇ ਮਨਾਂ ਵਿੱਚ ਕੀ ਹੈ। ਪਰਮੇਸ਼ਵਰ ਨੇ ਕਿਹਾ, ਮੈਂ ਇਜ਼ਰਾਈਲੀਆਂ ਦੀ ਜੰਗਲ ਵਿੱਚ ਜਿੱਥੇ ਉਹ 40 ਸਾਲ ਤੱਕ ਤੁਰੇ ਇਸ ਲਈ ਪਰੀਖਿਆ ਲਈ, ਕਿਉਂਕਿ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਹਨਾਂ ਦੇ ਮਨਾਂ ਵਿੱਚ ਕੀ ਹੈ ਅਤੇ ਉਹਨਾਂ ਦੀ ਨੇਚਾ ਕਿਵੇਂ ਦੀ ਹੈ ਨਾ। ਪਰਮੇਸ਼ਵਰ ਸਬਤ ਦੇ ਦਿਨ ਦੀ ਆਰਾਧਨਾ, ਸਵੇਰ ਅਤੇ ਦੁਪਹਿਰ ਦੀ ਹਰ ਰੋਜ਼ ਦੀ ਪ੍ਰਾਰਥਨਾ ਦੇ ਸਮੇਂ ਅਤੇ ਹਰ ਪ੍ਰਕਾਰ ਦੇ ਸਾਲਾਨਾ ਪਰਬਾਂ ਦੀ ਆਰਾਧਨਾ ਤੋਂ ਆਪਣੇ ਪ੍ਰਤੀ ਸਾਡਾ ਵਰਤਾਵ ਦੇਖਣਾ ਚਾਹੁੰਦੇ ਹਨ। ਇਸ ਤਰ੍ਹਾਂ ਕਰਦੇ ਹੋਏ ਜਦੋਂ ਪਰਮੇਸ਼ਵਰ ਦੇ ਇਸ ਧਰਤੀ ਤੇ ਰਹਿਣ ਵਾਲੇ ਮਨੁੱਖਾਂ ਦਾ ਨਿਆਂ ਕਰਨ ਦਾ ਸਮੇਂ ਆਵੇਗਾ, ਤਦ ਉਹ ਉਹਨਾਂ ਆਤਮਾਵਾਂ ਦੇ ਵਿੱਚ ਫਰਕ ਕਰਨਗੇ ਜਿਨ੍ਹਾਂ ਨੇ ਤੋਬਾ ਕੀਤੀ ਹੈ ਅਤੇ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ। ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ, ਤਾਂ ਪਰਮੇਸ਼ਵਰ ਸਾਨੂੰ ਆਰਾਧਨਾ ਕਰਨ ਦੀ ਇਜਾਜ਼ਤ ਦਿੱਤੀ ਹੈ। ਆਰਾਧਨਾ ਤੋਂ ਬਿਨਾਂ ਸਾਡੀ ਨੇਚਾ ਦੇ ਜੀਵਨ ਦੀ ਮੌਜੂਦਗੀ ਨਹੀਂ ਹੋ ਸਕਦੀ। ਉਤਪਤ ਅਧਿਆਇ 4 ਵਚਨ 1। ਤਦ ਆਦਮ ਨੇ ਆਪਣੀ ਤੀਵੀ ਹਵਾ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਕਾਇਨ ਨੂੰ ਜਣੀ, ਤਾਂ ਉਹਨੇ ਆਖਿਆ ਕਿ ਮੈਂ ਇੱਕ ਮਨੁੱਖ ਯਹੋਵਾ ਕੋਲੋਂ ਪ੍ਰਾਪਤ ਕੀਤਾ। ਫਿਰ ਉਹ ਉਸਦੇ ਭਰਾ ਹਾਬਲ ਨੂੰ ਜਣੀ, ਅਰ ਹਾਬਲ ਇਜੜਾਂ ਦਾ ਪਾਲੀ ਸੀ ਅਤੇ ਕਾਇਨ ਜ਼ਮੀਨ ਦਾ ਹਾਲੀ ਸੀ। ਕੁਝ ਦਿਨਾਂ ਦੇ ਮਗਰੋਂ ਇਹ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾ ਦੀ ਭੇਂਟ ਲਈ ਕੁਝ ਲੈ ਆਇਆ। ਹਾਬਲ ਵੀ ਇੱਜੜ ਦੇ ਪਲੇਠਿਆਂ ਅਰ ਉਹਨਾਂ ਦੀ ਚਰਬੀ ਤੋਂ ਕੁਝ ਲੈ ਆਇਆ ਅਤੇ ਯਹੋਵਾ ਨੇ ਹਾਬਲ ਨੂੰ ਅਰ ਉਹਦੀ ਭੇਂਟ ਨੂੰ ਪਸੰਦ ਕੀਤਾ, ਪਰ ਕਾਇਨ ਅਰ ਉਹਦੀ ਭੇਂਟ ਨੂੰ ਪਸੰਦ ਨਾ ਕੀਤਾ। ਸੋ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਰ ਉਹਦਾ ਮੂੰਹ ਉੱਤਰ ਗਿਆ। ਕਾਇਨ ਦੀ ਭੇਂਟ ਅਤੇ ਹਾਬਿਲ ਦੀ ਭੇਂਟ, ਇਹ ਬਾਈਬਲ ਵਿੱਚ ਮਨੁੱਖ ਜਾਤੀ ਦੀ ਪਹਿਲੀ ਆਰਾਧਨਾ ਦਾ ਦ੍ਰਿਸ਼ ਹੈ। ਕਾਇਨ ਅਤੇ ਹਾਬਲ ਨੇ ਇਹਨਾਂ ਦੋ ਪ੍ਰਕਾਰ ਦੀਆਂ ਆਰਾਧਨਾਵਾਂ ਕਿਉਂ ਦਿੱਤੀਆਂ? ਭੇਂਟ ਅਰਥਾਤ ਆਰਾਧਨਾ ਵਿੱਚ ਪ੍ਰਾਇਸ਼ਚਿਤ ਦਾ ਅਰਥ ਹੈ। ਅਤੀਤ ਵਿੱਚ ਕੀਤੇ ਹੋਏ ਪਾਪਾਂ ਤੋਂ ਅਸੀਂ ਕਿਵੇਂ ਮਾਫੀ ਪਾ ਸਕਦੇ ਹਾਂ ਅਤੇ ਪਾਪਾਂ ਦੀ ਮਾਫੀ ਕਿਵੇਂ ਮਿਲਦੀ ਹੈ? ਅਤੀਤ ਵਿੱਚ ਕੀਤੇ ਗਏ ਸਾਡੇ ਸਾਰੇ ਪਾਪਾਂ ਦੀ ਤੋਬਾ ਦਾ ਅਰਥ ਆਰਾਧਨਾ ਦੇ ਮਕਸਦ ਦੇ ਅੰਦਰ ਪਾਇਆ ਜਾਂਦਾ ਹੈ। ਇਸ ਲਈ ਆਰਾਧਨਾ ਨਾ ਕਰਨ ਦਾ ਅਰਥ ਹੈ ਤੋਬਾ ਨਾ ਕਰਨਾ, ਅਤੇ ਇਸ ਪ੍ਰਕਾਰ ਕੋਈ ਪਾਪਾਂ ਦੀ ਮਾਫੀ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਸਾਡੀ ਨੇਚਾ ਦੇ ਜੀਵਨ ਵਿੱਚ ਆਰਾਧਨਾ ਬਹੁਤ ਜ਼ਰੂਰੀ ਭਾਗ ਹੈ, ਜਿਸ ਨੂੰ ਕਦੀ ਨਹੀਂ ਛੱਡਣਾ ਚਾਹੀਦਾ। ਜਦੋਂ ਪਰਮੇਸ਼ਵਰ ਦੀ ਆਰਾਧਨਾ ਕਰਨ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਪਰਮੇਸ਼ਵਰ ਦੇ ਨਿਯਮਾਂ ਦੇ ਅਨੁਸਾਰ ਸਹੀ ਢੰਗ ਨਾਲ ਆਰਾਧਨਾ ਕਰਨੀ ਚਾਹੀਦੀ ਹੈ। ਇਸ ਲਈ ਸਬਤ ਸ਼ਨੀਵਾਰ ਹੈ ਜਾਂ ਐਤਵਾਰ, ਅਤੇ ਸਾਡਾ ਸਬਤ ਪਰਮੇਸ਼ਵਰ ਦੀ ਵਿਧੀ ਦੇ ਅਨੁਸਾਰ ਮਨਾਇਆ ਗਿਆ ਹੈ ਜਾਂ ਨਹੀਂ, ਇਹ ਚੀਜ਼ਾਂ ਜਾਣਨ ਦੀ ਗੱਲ ਤੇ ਅਸੀਂ ਸੰਵੇਦਨਸ਼ੀਲ ਹਾਂ, ਹੈ ਨਾ? ਪਸਾ ਦੇ ਨਾਲ ਵੀ ਇਸ ਤਰ੍ਹਾਂ ਹੀ ਹੈ। ਜੇਕਰ ਅਸੀਂ ਆਰਾਧਨਾ ਦੀ ਤੁਲਨਾ ਕਾਇਨ ਦੀ ਭੇਂਟ ਅਤੇ ਹਾਬਲ ਦੀ ਭੇਂਟ ਨਾਲ ਕਰਦੇ ਹਾਂ, ਤਾਂ ਗਲਤ ਢੰਗ ਨਾਲ ਆਰਾਧਨਾ ਦੀ ਤੁਲਨਾ ਕਾਇਨ ਦੀ ਭੇਂਟ ਨਾਲ ਕੀਤੀ ਜਾਂਦੀ ਹੈ ਅਤੇ ਉਚਿਤ ਆਰਾਧਨਾ ਦੀ ਤੁਲਨਾ ਹਾਬਲ ਦੀ ਭੇਂਟ ਨਾਲ ਕੀਤੀ ਜਾਂਦੀ ਹੈ ਨਾ? ਇਸ ਲਈ ਜਦੋਂ ਅਸੀਂ ਉਤਪਤ ਅਧਿਆਇ 4 ਤੇ ਇੱਕ ਨਜ਼ਰ ਪਾਉਂਦੇ ਹਾਂ, ਤਦ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਨੇ ਕਾਇਨ ਅਤੇ ਹਾਬਲ ਦੀਆਂ ਭੇਟਾਂ ਤੋਂ ਇਹ ਦਿਖਾਇਆ ਕਿ ਅਦਨ ਦੇ ਬਾਗ ਨੂੰ, ਜਿੱਥੇ ਆਦਮ ਅਤੇ ਹਵਾ ਮੂਲ ਰੂਪ ਤੋਂ ਸੀ, ਕਿਵੇਂ ਦੁਬਾਰਾ ਸਥਾਪਿਤ ਕਰੀਏ। ਪੁਰਾਣੇ ਨੇਮ ਦੀਆਂ ਸਾਰੀਆਂ ਵਿਵਸਥਾਵਾਂ ਨੂੰ ਹਜ਼ਾਰਾਂ ਸਾਲ ਤੋਂ ਸੰਕੇਤ ਨਹੀਂ ਕੀਤਾ ਗਿਆ ਸੀ, ਪਰ ਉਹ ਮੂਸਾ ਦੇ ਸਮੇਂ ਤੋਂ ਸੰਕੇਤ ਕੀਤੇ ਗਏ ਅਤੇ ਪਰਮੇਸ਼ਵਰ ਨੇ ਸਾਨੂੰ ਦਿਖਾਇਆ ਕਿ ਆਰਾਧਨਾ ਵਿੱਚ ਕਿਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਹਨ। ਆਓ ਅਸੀਂ ਲੇਵੀਆ ਅਧਿਆਇ 4 ਤੇ ਜਾਈਏ। ਅਧਿਆਇ 4 ਵਚਨ 1 ਵਿੱਚ ਲਿਖਿਆ ਹੈ, ਯਹੋਵਾ ਮੂਸਾ ਨੂੰ ਆਖਿਆ ਕਿ ਇਜ਼ਰਾਈਲੀਆਂ ਨੂੰ ਬੋਲ ਕਿ ਜੇ ਕੋਈ ਪ੍ਰਾਣੀ ਯਹੋਵਾ ਦੀਆਂ ਆਗਿਆਂ ਵਿੱਚੋਂ ਅਣਜਾਣ ਹੋ ਕੇ ਕਿਸੇ ਦਾ ਪਾਪ ਕਰੇ, ਉਹਨਾਂ ਗੱਲਾਂ ਵਿੱਚੋਂ ਜੋ ਕਰਨ ਦੇ ਯੋਗ ਨਹੀਂ, ਉਹਨਾਂ ਨੂੰ ਕਰੇ, ਕਦੀ ਮਸਾ ਕੀਤਾ ਹੋਇਆ ਜਾਜਕ ਲੋਕਾਂ ਨੂੰ ਦੋਸ਼ੀ ਬਣਾਉਣ ਦਾ ਪਾਪ ਕਰੇ, ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸਨੇ ਕੀਤਾ ਇੱਕ ਜਵਾਨ ਬਲਦ ਬੱਜ ਤੋਂ ਰਹਿਤ ਯਹੋਵਾ ਦੇ ਅੱਗੇ ਕਿਸ ਤਰ੍ਹਾਂ ਦੀ ਭੇਟ ਕਰਕੇ ਲਿਆਵੇ, ਪਾਪ ਦੀ ਭੇਟ ਕਰਕੇ ਲਿਆਵੇ। ਸਾਡੇ ਕੀਤੇ ਹੋਏ ਪਾਪਾਂ ਦੀ ਤੋਬਾ ਦੇ ਲਈ ਕੀਤਾ ਜਾਣ ਵਾਲਾ ਕੰਮ ਆਰਾਧਨਾ ਹੈ। ਪੁਰਾਣੇ ਨੇਮ ਵਿੱਚ ਇਸ ਨੂੰ ਬਲੀਦਾਨ ਕਿਹਾ ਜਾਂਦਾ ਸੀ ਅਤੇ ਨਵੇਂ ਨੇਮ ਵਿੱਚ ਇਸ ਨੂੰ ਆਰਾਧਨਾ ਕਿਹਾ ਜਾਂਦਾ ਹੈ। ਇਹਨਾਂ ਦਾ ਇੱਕ ਹੀ ਅਰਥ ਹੈ। ਜੇਕਰ ਆਰਾਧਨਾ ਨਾ ਹੋਵੇ
ਤਾਂ ਸਾਡੇ ਲਈ ਪਾਪਾਂ ਦੀ ਮਾਫੀ ਪਾਉਣ ਦਾ ਕੋਈ ਦਰਵਾਜ਼ਾ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਪਰਮੇਸ਼ਵਰ ਨੇ ਹਾਬਲ ਦੇ ਬਲੀਦਾਨ ਨੂੰ ਆਉਣ ਵਾਲੇ ਸਮੇਂ ਤੱਕ ਚੱਲਣ ਦਿੱਤਾ ਅਤੇ ਮੂਸਾ ਦੇ ਸਮੇਂ ਵਿੱਚ ਇੱਕ-ਇੱਕ ਕਰਕੇ ਬਲੀਦਾਨਾਂ ਦੇ ਬੁਨਿਆਦੀ ਕ੍ਰਮ ਅਤੇ ਨਿਯਮਾਂ ਦਾ ਪ੍ਰਬੰਧ ਕਰਨ ਲਈ ਸ਼ੁਰੂ ਕੀਤਾ ਗਿਆ। ਇਹ ਉਹੀ ਹੈ ਜੋ ਪੁਰਾਣੇ ਨੇਮ ਦਾ ਨਿਯਮ ਹੈ। ਪੁਰਾਣੇ ਨੇਮ ਦੇ ਸਾਰੇ ਬਲੀਦਾਨਾਂ ਵਿੱਚ ਪਾਪੀਆਂ ਦਾ ਤੋਬਾ ਅਤੇ ਪਰਮੇਸ਼ਵਰ ਦਾ ਪ੍ਰਾਇਸ਼ਚਿਤ ਵੀ ਸ਼ਾਮਿਲ ਹੈ। ਬਲੀਦਾਨ ਜਾਂ ਆਰਾਧਨਾ ਪਾਪੀਆਂ ਦੇ ਲਈ ਪਰਮੇਸ਼ਵਰ ਦੇ ਵੱਲ ਆਪਣੀ ਤੋਬਾ ਬਿਆਨ ਕਰਨ ਅਤੇ ਪਰਮੇਸ਼ਵਰ ਦੇ ਲਈ ਉਹਨਾਂ ਪਾਪੀਆਂ ਦੀ ਤੋਬਾ ਜਾਣ ਕੇ ਉਹਨਾਂ ਦੇ ਪਾਪਾਂ ਨੂੰ ਮਾਫ ਕਰਨ ਦੀ ਵਿਧੀ ਹੈ। ਆਓ ਅਸੀਂ ਵਚਨ 13 ਤੇ ਜਾਈਏ। ਜੇ ਕਦੀ ਇਜ਼ਰਾਈਲ ਦੀ ਸਾਰੀ ਮੰਡਲੀ ਅਣਜਾਣ ਹੋ ਕੇ ਪਾਪ ਕਰੇ ਅਤੇ ਇਹ ਗੱਲ ਸਭਾ ਤੋਂ ਗੁੱਝੀ ਹੋਵੇ ਅਤੇ ਉਹਨੇ ਯਹੋਵਾ ਦੀ ਆਗਿਆ ਵਿੱਚ ਉਹ ਕੀਤਾ ਜੋ ਕਰਨ ਦੇ ਯੋਗ ਨਹੀਂ ਸੀ ਅਤੇ ਦੋਸ਼ੀ ਹੋਵੇ, ਜਾਂ ਉਹ ਪਾਪ ਜੋ ਉਹ ਉਸ ਵਿੱਚ ਕੀਤਾ ਹੈ ਪ੍ਰਗਟ ਹੋ ਗਿਆ, ਤਾਂ ਮੰਡਲੀ ਇੱਕ ਜਵਾਨ ਬਲਦ ਪਾਪ ਦੇ ਲਈ ਚੜਾਵੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਵੇ ਅਤੇ ਮੰਡਲੀ ਦੇ ਬਜ਼ੁਰਗ ਬਲਦ ਦੇ ਸਿਰ ਉੱਤੇ ਯਹੋਵਾ ਦੇ ਅੱਗੇ ਆਪਣੇ ਹੱਥ ਰੱਖਣ ਅਤੇ ਯਹੋਵਾ ਦੇ ਅੱਗੇ ਉਹ ਬਲਦ ਕੱਟਿਆ ਜਾਵੇ ਅਤੇ ਉਹ ਮਸਾ ਕੀਤਾ ਹੋਇਆ ਜਾਜਕ ਬਲਦ ਦੇ ਲਹੂ ਵਿੱਚੋਂ ਮੰਡਲੀ ਦੇ ਡੇਰੇ ਕੋਲ ਕੁਝ ਲਿਆਵੇ ਅਤੇ ਜਾਜਕ ਉਸ ਲਹੂ ਵਿੱਚ ਆਪਣੀ ਉਂਗਲੀ ਡੋਬ ਕੇ ਪਰਦੇ ਦੇ ਮੋਹਰੇ ਯਹੋਵਾ ਦੇ ਅੱਗੇ ਉਸ ਨੂੰ 7 ਵਾਰੀ ਛਿੜਕੇ। ਇਸ ਤਰ੍ਹਾਂ ਉਹ ਪਰਮੇਸ਼ਵਰ ਦੇ ਲਈ ਭੇਂਟ ਲਿਆ ਕੇ ਉਹਨਾਂ ਦਾ ਬਲੀਦਾਨ ਦੇ ਰੂਪ ਵਿੱਚ ਇਸਤੇਮਾਲ ਕਰਦੇ ਸੀ। ਉਹ ਬਲਦ ਅਤੇ ਕਦੀ ਲੇਲਾ, ਕਦੀ ਬੱਕਰੇ ਅਤੇ ਕਦੀ ਕਬੂਤਰ ਦੀ ਵਰਤੋਂ ਕਰਦੇ ਸੀ। ਪਾਪ ਇਹਨਾਂ ਸਾਰੀ ਵਿਵਸਥਾਵਾਂ ਦੇ ਬਹੁਤ ਕੇਂਦਰ ਵਿੱਚ ਹੈ। ਜਦੋਂ ਲੋਕਾਂ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਪਰਮੇਸ਼ਵਰ ਨੂੰ ਇਹ ਕਹਿੰਦੇ ਹੋਏ ਬਲੀਦਾਨ ਚੜਾਇਆ। ਜਦੋਂ ਅਸੀਂ ਆਪਣੇ ਜੀਵਨ ਵਿੱਚ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਾਨੂੰ ਅਹਿਸਾਸ ਹੋਇਆ ਹੈ ਕਿ ਸਾਡਾ ਜੀਵਨ ਪਾਪਾਂ ਨਾਲ ਰੰਗਿਆ ਹੋਇਆ ਹੈ। ਕਿਰਪਾ ਸਾਨੂੰ ਮਾਫ ਕਰ ਦਿਓ। ਨਵੇਂ ਨੇਮ ਦੇ ਯੁੱਗ ਵਿੱਚ ਇਹ ਸਭ ਆਰਾਧਨਾ ਵਿੱਚ ਬਦਲ ਗਿਆ। ਬਲੀਦਾਨ ਵਿੱਚ ਪਾਪੀਆਂ ਦੀ ਤੋਬਾ ਅਤੇ ਪਰਮੇਸ਼ਵਰ ਦਾ ਪ੍ਰਾਇਸ਼ਚਿਤ ਵੀ ਸ਼ਾਮਿਲ ਹੈ। ਜੇਕਰ ਪਰਮੇਸ਼ਵਰ ਦਾ ਵਾਅਦਾ ਜਾਂ ਆਰਾਧਨਾ ਕਿਹਾ ਜਾਣ ਵਾਲਾ ਨੇਮ ਨਾ ਹੁੰਦਾ ਤਾਂ ਸਾਡੇ ਸਵਰਗ ਵਿੱਚ ਕੀਤੇ ਹੋਏ ਪਾਪਾਂ ਦਾ ਹੱਲ, ਜਿਨ੍ਹਾਂ ਦੇ ਕਰਕੇ ਸਾਨੂੰ ਇਸ ਧਰਤੀ ਤੇ ਕੱਢ ਦਿੱਤਾ ਗਿਆ ਸੀ, ਕਿਸੇ ਹੋਰ ਚੀਜ਼ ਨਾਲ ਨਹੀਂ ਹੋ ਸਕਦਾ। ਬਥੇਰੇ ਲੋਕ ਕਹਿੰਦੇ ਹਨ ਸਾਨੂੰ ਸਿਰਫ ਸਲੀਬ ਤੇ ਵਗੇ ਯੀਸ਼ੂ ਦੇ ਕੀਮਤੀ ਲਹੂ ਤੇ ਨੇਚਾ ਕਰਨ ਦੀ ਜ਼ਰੂਰਤ ਹੈ। ਸਾਨੂੰ ਬਸ ਇੰਨਾ ਹੀ ਕਰਨ ਦੀ ਜ਼ਰੂਰਤ ਹੈ। ਉਹਨਾਂ ਨੂੰ ਲੱਗਦਾ ਹੈ ਕਿ ਆਰਾਧਨਾ ਜਾਂ ਪਰਮੇਸ਼ਵਰ ਨੂੰ ਚੜਾਉਣ ਦੇ ਲਈ ਕੋਈ ਬਲੀਦਾਨ ਨਾ ਹੋਣ ਤੇ ਵੀ ਸਭ ਕੁਝ ਕੀਤਾ ਜਾ ਸਕਦਾ ਹੈ। ਬਾਈਬਲ ਅਮਲ ਤੋਂ ਬਗੈਰ ਨੇਚਾ ਨੂੰ ਕੀ ਕਹਿੰਦੀ ਹੈ? ਇੱਕ ਮਰੀ ਹੋਈ ਨੇਚਾ। ਪਰਮੇਸ਼ਵਰ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਪਾਪਾਂ ਦਾ ਅਹਿਸਾਸ ਕਰੀਏ ਅਤੇ ਉਸ ਦੀ ਤੋਬਾ ਕਰੀਏ ਤਦ ਸਾਨੂੰ ਇਸ ਕੰਮ ਨੂੰ ਬਿਆਨ ਕਰਨਾ ਚਾਹੀਦਾ ਹੈ। ਯੀਸ਼ੂ ਨੇ ਨਵੇਂ ਨੇਮ ਨੂੰ ਨਿਯੁਕਤ ਕਰਦੇ ਸਮੇਂ ਕਿਹਾ, ਇਹ ਕਰਿਆ ਕਰੋ, ਹੈ ਨਾ? ਉਹਨਾਂ ਨੇ ਇਸ ਤੇ ਸਿਰਫ ਵਿਚਾਰ ਕਰੋ ਨਹੀਂ ਕਿਹਾ। ਇਹਨਾਂ ਸਭ ਦੇ ਲਈ ਕੰਮਾਂ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਪੁਰਾਣੇ ਅਤੇ ਨਵੇਂ ਨੇਮ ਦੀਆਂ ਪੂਰੀਆਂ 6 ਕਿਤਾਬਾਂ ਨੂੰ ਜੋੜੋ ਤਾਂ ਉਹ ਸਭ ਬਲੀਦਾਨ ਅਰਥਾਤ ਆਰਾਧਨਾ ਦੇ ਵਿਸ਼ੇ ਵਿੱਚ ਹਨ। ਯੀਸ਼ੂ ਮਸੀਹ ਮਲਕੀ ਸਿਦਕ ਦੀ ਰੀਤੀ ਵਿੱਚ ਕੌਣ ਹਨ? ਪ੍ਰਧਾਨ ਜਾਜਕ। ਪ੍ਰਧਾਨ ਜਾਜਕ ਕੀ ਕਰਦਾ ਹੈ? ਜੇਕਰ ਕੋਈ ਬਲੀਦਾਨ ਨਾ ਹੋਵੇ ਤਾਂ ਕੀ ਪ੍ਰਧਾਨ ਜਾਜਕ ਦੀ ਜ਼ਰੂਰਤ ਹੋਵੇਗੀ? ਨਹੀਂ, ਕਿਉਂਕਿ ਨਵੇਂ ਨੇਮ ਵਿੱਚ ਬਲੀਦਾਨ ਹੈ। ਇਸ ਲਈ ਮਲਕੀ ਸਿਦਕ ਜਾਜਕ ਦੀ ਜ਼ਰੂਰਤ ਹੈ। ਆਰਾਧਨਾ ਤੋਂ ਬਿਨਾਂ ਨਵੇਂ ਨੇਮ ਦੀ ਵਿਧੀ ਜੋ ਮਲਕੀ ਸਿਦਕ ਦੀ ਰੀਤੀ ਵਿੱਚ ਆਰਾਧਨਾ ਕਰਨ ਦਾ ਤਰੀਕਾ ਹੈ ਅਤੇ ਨਵੇਂ ਨੇਮ ਦੀ ਵਿਵਸਥਾ ਵੀ ਸਭ ਅਰਥਹੀਨ ਹੈ, ਕਿਉਂਕਿ ਆਰਾਧਨਾ ਵਿੱਚ ਤੋਬਾ, ਪਾਪਾਂ ਦੀ ਮਾਫੀ ਅਤੇ ਪ੍ਰਾਇਸ਼ਚਿਤ ਹੈ। ਇਸ ਲਈ ਆਰਾਧਨਾ ਦੇ ਹਰ ਸਮੇਂ ਨੂੰ ਗੰਭੀਰਤਾ ਨਾਲ ਅਤੇ ਪੂਰੀ ਸਾਵਧਾਨੀ ਨਾਲ ਲਿਆ ਜਾਣਾ ਚਾਹੀਦਾ ਹੈ। ਆਰਾਧਨਾ ਕੀ ਹੈ? ਕਿ ਉਹ ਸਿਰਫ ਪ੍ਰਾਰਥਨਾ ਕਰਨਾ ਅਤੇ ਸਤੁਤੀ ਕਰਨਾ ਹੈ? ਸਾਨੂੰ ਉਹਨਾਂ ਦੇ ਮਹੱਤਵ ਅਤੇ ਅਰਥ ਨੂੰ ਸਮਝਦੇ ਹੋਏ ਪ੍ਰਾਰਥਨਾ ਅਤੇ ਸਤੁਤੀ ਕਰਨੀ ਚਾਹੀਦੀ ਹੈ। ਸਾਡੀ ਪ੍ਰਾਰਥਨਾ ਅਤੇ ਸਤੁਤੀ ਵਿੱਚ ਆਪਣੇ ਪੂਰੇ ਦਿਲ, ਆਪਣੇ ਪੂਰੇ ਮਨ, ਆਪਣੀ ਪੂਰੀ ਸ਼ਕਤੀ ਅਤੇ ਆਪਣੀ ਪੂਰੀ ਆਤਮਾ ਤੋਂ ਕੀਤੀ ਹੋਈ ਤੋਬਾ ਹੋਣੀ ਚਾਹੀਦੀ ਹੈ। ਤੋਬਾ ਦੇ ਜ਼ਰੀਏ
ਪਰਮੇਸ਼ਵਰ ਤੋਂ ਮਾਫੀ ਮੰਗਣ ਦਾ ਰਾਹ ਆਰਾਧਨਾ ਹੈ, ਜੋ ਅੱਜ ਅਸੀਂ ਕਰ ਰਹੇ ਹਾਂ। ਪੁਰਾਣੇ ਨੇਮ ਦੇ ਸਮੇਂ ਵਿੱਚ ਲੋਕ ਇਹ ਕਹਿੰਦੇ ਹੋਏ ਕਿ ਮੈਂ ਇਸ ਪਸ਼ੂ ਦੇ ਵਾਂਗ ਮਰਨ ਦੇ ਯੋਗ ਹਾਂ, ਪਸ਼ੂਆਂ ਦੇ ਨਾਲ ਕੀ ਕਰਦੇ ਸੀ? ਉਹ ਉਹਨਾਂ ਨੂੰ ਮਾਰਦੇ ਸੀ। ਉੱਥੇ ਪਸ਼ੂ ਲਹੂ ਵਹਾਉਂਦੇ ਸੀ। ਪਸ਼ੂਆਂ ਦੀ ਮੌਤ ਸਾਡੀ ਮੌਤ ਦੇ ਬਦਲੇ ਸੀ। ਅਸੀਂ ਉਹਨਾਂ ਦੇ ਵਾਂਗ ਮਰਨ ਵਾਲੇ ਸੀ, ਪਰ ਸਾਡੇ ਬਜਾਏ ਪਸ਼ੂ ਬਲੀ ਹੋ ਕੇ ਮਰ ਗਏ। ਇਸ ਅਰਥ ਨਾਲ ਪਰਮੇਸ਼ਵਰ ਨੂੰ ਪਸ਼ੂ ਚੜਾਉਣਾ ਬਲੀਦਾਨ ਸੀ, ਸਬਤ ਦੇ ਦਿਨ ਦਾ ਬਲੀਦਾਨ ਸੀ, ਹਰ ਸਵੇਰ ਅਤੇ ਦੁਪਹਿਰ ਦਾ ਹਰ ਰੋਜ਼ ਦੀ ਹੋਮ ਬਲੀ ਸੀ, ਅਤੇ ਹਰ ਸਾਲਾਨਾ ਪਰਵ ਦਾ ਬਲੀਦਾਨ ਸੀ। ਜੇਕਰ ਸਾਡੇ ਲਈ ਇਹ ਆਰਾਧਨਾ ਨਾ ਹੁੰਦੀ ਤਾਂ ਸਾਡੇ ਲਈ ਬਚਾਏ ਜਾ ਕੇ ਸਦੀਪਕ ਜੀਵਨ ਪਾਉਣ ਜਾਂ ਸਵਰਗ ਜਾਣ ਦਾ ਕੋਈ ਰਾਹ ਨਹੀਂ ਹੋਵੇਗਾ। ਇਸ ਲਈ ਆਰਾਧਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਹਰ ਆਰਾਧਨਾ ਦੇ ਦੁਆਰਾ ਅਸੀਂ ਆਪਣੇ ਵਿਸ਼ੇ ਵਿੱਚ ਸੋਚਦੇ ਹਾਂ। ਇਸ ਲਈ ਅੱਜ ਅਸੀਂ ਆਪਣੇ ਪਾਪਾਂ ਦੀ ਤੋਬਾ ਕਰਦੇ ਹੋਏ ਸਬਤ ਮਨਾ ਰਹੇ ਹਾਂ। ਆਰਾਧਨਾ ਸਿਰਫ ਸਤੁਤੀ ਕਰਨਾ, ਪ੍ਰਾਰਥਨਾ ਕਰਨਾ ਅਤੇ ਪਾਦਰੀ ਦਾ ਉਪਦੇਸ਼ ਸੁਣਨਾ ਨਹੀਂ ਹੈ। ਆਰਾਧਨਾ ਦੇ ਦੌਰਾਨ ਸਾਨੂੰ ਪਰਮੇਸ਼ਵਰ ਦੇ ਕੋਲ ਤੋਬਾ ਕਰਨ ਵਾਲਾ ਮਨ ਅਤੇ ਟੁੱਟੇ ਮਨ ਨਾਲ ਜਾਣਾ ਚਾਹੀਦਾ ਹੈ। ਮਰਨ ਵਾਲੇ ਪਾਪੀਆਂ ਦੇ ਲਈ ਲੇਲਾ, ਬੱਕਰਾ ਜਾਂ ਬਲਦ ਦੀ ਬਲੀ ਕੀਤੀ ਜਾਂਦੀ ਸੀ। ਸਾਨੂੰ ਜਾਣਨਾ ਚਾਹੀਦਾ ਹੈ ਕਿ ਅਸੀਂ ਠੀਕ ਉਸੇ ਤਰ੍ਹਾਂ ਹੀ ਮਰਨ ਦੇ ਯੋਗ ਹਾਂ, ਜਿਸ ਤਰ੍ਹਾਂ ਨਾਲ ਪਸ਼ੂਆਂ ਨੂੰ ਬਲੀ ਕੀਤਾ ਜਾਂਦਾ ਸੀ। ਸਾਡੀ ਬਜਾਏ ਪਰਮੇਸ਼ਵਰ ਨੂੰ ਚੜਾਈ ਜਾਣ ਵਾਲੀ ਭੇਟਾਂ ਦੀ ਬਲੀ ਕੀਤੀ ਗਈ ਸੀ। ਇਸ ਲਈ ਸਬਤ ਦੀ ਆਰਾਧਨਾ ਨਾਲ ਸਾਨੂੰ ਮਸੀਹ ਦੇ ਬਲੀਦਾਨ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਧਰਤੀ ਤੇ ਆ ਕੇ ਸਾਡੇ ਬਦਲੇ ਸਲੀਬ ਤੇ ਆਪਣਾ ਬਲੀਦਾਨ ਕੀਤਾ। ਕਿਰਪਾ ਦੇ ਸਿੰਘਾਸਨ ਦੇ ਕੋਲ ਆਤਮ ਵਿਸ਼ਵਾਸ ਦੇ ਨਾਲ ਜਾਣ ਦੇ ਲਈ ਸਾਨੂੰ ਹਰ ਦਿਨ ਖੁਦ ਨੂੰ ਲੈ ਕੇ ਵਿਚਾਰ ਕਰਨਾ ਚਾਹੀਦਾ ਹੈ। ਇਸ ਲਈ ਅਸੀਂ ਆਰਾਧਨਾ ਵਿੱਚ ਭਾਗ ਲੈਂਦੇ ਹਾਂ, ਹੈ ਨਾ? ਪੁਰਾਣੇ ਨੇਮ ਦੇ ਸਾਰੇ ਬਲੀਦਾਨ ਵਿੱਚ ਪਾਪੀਆਂ ਦੀ ਤੋਬਾ ਅਤੇ ਪਰਮੇਸ਼ਵਰ ਦਾ ਪ੍ਰਾਇਸ਼ਚਿਤ ਹੈ। ਆਓ ਅਸੀਂ ਲੇਵੀਆ ਅਧਿਆਇ 16 ਨਾਲ ਇਸ ਗੱਲ ਦੀ ਪੁਸ਼ਟੀ ਕਰੀਏ। ਅਧਿਆਇ 16 ਵਚਨ 6। ਅਤੇ ਹਾरून ਆਪਣੀ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਚੜਾਵੇ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਇਸ਼ਚਿਤ ਕਰੇ, ਅਤੇ ਉਹ ਦੋਵੇਂ ਬੱਕਰੇ ਲੈ ਕੇ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਉਹਨਾਂ ਨੂੰ ਯਹੋਵਾ ਦੇ ਅੱਗੇ ਖਿਲਾਰੇ। ਅਤੇ ਹਾरून ਉਹਨਾਂ ਦੋਹਾਂ ਬੱਕਰਿਆਂ ਉੱਤੇ ਗੁਣਾ ਪਾਵੇ, ਇੱਕ ਗੁਣਾ ਯਹੋਵਾ ਦੇ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ ਦੇ ਲਈ। ਅਤੇ ਜਿਸ ਬੱਕਰੇ ਉੱਤੇ ਯਹੋਵਾ ਦਾ ਗੁਣਾ ਪਵੇ, ਹਾरून ਉਸ ਨੂੰ ਲਿਆ ਕੇ ਪਾਪ ਦੀ ਭੇਂਟ ਕਰਕੇ ਚੜਾਵੇ। ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਦਾ ਗੁਣਾ ਪਿਆ, ਸੋ ਯਹੋਵਾ ਦੇ ਅੱਗੇ ਉਸ ਦੇ ਨਾਲ ਪ੍ਰਾਇਸ਼ਚਿਤ ਕਰਨ ਲਈ ਅਤੇ ਉਸ ਨੂੰ ਛੋਟ ਕਰਕੇ ਉਜਾੜ ਵਿੱਚ ਛੱਡਣ ਲਈ ਜਿਉਂਦਾ ਧਰਿਆ ਜਾਵੇ। ਵਾਰ-ਵਾਰ ਕਿਹਾ ਜਾਂਦਾ ਹੈ ਕਿ ਸਾਡੇ ਪਾਪਾਂ ਦਾ ਪ੍ਰਾਇਸ਼ਚਿਤ ਹੁੰਦਾ ਹੈ ਅਤੇ ਉਹ ਮਾਫ ਕੀਤੇ ਜਾਂਦੇ ਹਨ। ਸਾਨੂੰ ਪਾਪਾਂ ਦੀ ਮਾਫੀ ਮਿਲਦੀ ਹੈ। ਇਹ ਆਰਾਧਨਾ ਦਾ ਮੁੱਖ ਮਕਸਦ ਹੈ। ਜੇਕਰ ਅਸੀਂ ਪਰਮੇਸ਼ਵਰ ਦੀ ਆਰਾਧਨਾ ਆਪਣੇ ਸ਼ਰੀਰਾਂ ਦੀ ਹਾਜ਼ਰੀ ਦੇ ਨਾਲ ਕਰਦੇ ਹਾਂ, ਤਾਂ ਇਹ ਇਸ ਤਰ੍ਹਾਂ ਦੀ ਗੱਲ ਹੋਵੇਗੀ ਜਿਸ ਨੂੰ ਲੈ ਕੇ ਸਾਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ। ਪੁਰਾਣੇ ਨੇਮ ਦੇ ਸਮੇਂ ਵਿੱਚ ਪਸ਼ੂਆਂ ਨੇ ਸਾਡੇ ਪਾਪ ਚੁੱਕੇ, ਪਰ ਹੁਣ ਨਵੇਂ ਨੇਮ ਦੇ ਯੁੱਗ ਵਿੱਚ ਸਾਡੇ ਪਾਪਾਂ ਨੂੰ ਕੌਣ ਚੁੱਕ ਰਿਹਾ ਹੈ? ਸਵਰਗੀ ਪਿਤਾ ਅਤੇ ਸਵਰਗੀ ਮਾਤਾ, ਜਿਨ੍ਹਾਂ ਦੀ ਤੁਲਨਾ ਰਿਹਾਈ ਦੀ ਕੀਮਤ ਨਾਲ ਕੀਤੀ ਗਈ ਹੈ, ਸਾਡੇ ਸਾਰੇ ਪਾਪ ਚੁੱਕ ਰਹੇ ਹਨ। ਉਹ ਸਾਡੇ ਪਾਪਾਂ ਦਾ ਬੋਝ ਚੁੱਕ ਰਹੇ ਹਨ। ਅਸੀਂ ਸਵਰਗ ਵਿੱਚ ਪਾਪ ਕੀਤੇ ਸੀ ਅਤੇ ਇਸ ਧਰਤੀ ਤੇ ਵੀ ਬੁਰੀਆਈ ਭਰਪੂਰ ਪਾਪ ਕੀਤੇ ਹਨ। ਕਿਉਂਕਿ ਹੁਣ ਅਸੀਂ ਮਸੀਹ ਵਿੱਚ ਹਾਂ, ਇਸ ਲਈ ਸਾਨੂੰ ਉਹਨਾਂ ਪਾਪਾਂ ਵਿੱਚ ਹੋਰ ਰਹਿਣਾ ਨਹੀਂ ਚਾਹੀਦਾ। ਸਾਨੂੰ ਇਸ ਸੰਕਲਪ ਨਾਲ ਸਬਤ ਮਨਾਉਣਾ ਚਾਹੀਦਾ ਹੈ। ਅਸੀਂ ਅਤੀਤ ਵਿੱਚ ਪਾਪ ਕਰਦੇ ਹੋਏ ਅਤੇ ਸਵਰਗੀ ਪਿਤਾ ਤੇ ਮਾਤਾ ਜੀ ਨੂੰ, ਜਿਨ੍ਹਾਂ ਨੇ ਸਾਨੂੰ ਪਾਪਾਂ ਦੀ ਮਾਫੀ ਦਿੱਤੀ ਹੈ, ਵਡਿਆਈ ਅਤੇ ਆਦਰ ਦਿੰਦੇ ਹੋਏ ਜਦੋਂ ਤੱਕ ਅਸੀਂ ਸਵਰਗ ਦੇ ਰਾਜ ਤੱਕ ਨਹੀਂ ਪਹੁੰਚਦੇ, ਤਦ ਤੱਕ ਸਾਨੂੰ ਹਰ ਦਿਨ ਅਤੇ ਹਰ ਹਫ਼ਤੇ ਇੱਕ ਕਦਮ ਪਰਮੇਸ਼ਵਰ ਦੇ ਕੋਲ ਜਾਣਾ ਚਾਹੀਦਾ ਹੈ ਨਾ? ਲੇਵੀਆ ਅਧਿਆਇ 16 ਵਿੱਚ
ਪਰਮੇਸ਼ਵਰ ਨੇ ਅਜਾਜੇਲ ਬੱਕਰੇ ਅਤੇ ਪਾਪ ਬਲੀ ਦੇ ਬੱਕਰੇ ਦੇ ਵਿਸ਼ੇ ਵਿੱਚ ਪ੍ਰਾਸ਼ਚਿਤ ਦਾ ਅਰਥ ਨਾਲ ਸਮਝਾਇਆ। ਆਓ ਅਸੀਂ ਵਚਨ 20 ਤੇ ਜਾਈਏ। ਜਾਂ ਉਹ ਪਵਿੱਤਰ ਥਾਂ ਦਾ ਅਤੇ ਮੰਡਲੀ ਦੇ ਡੇਰੇ ਦਾ ਅਤੇ ਜਗਵੇਦੀ ਦਾ ਪ੍ਰਾਇਸ਼ਚਿਤ ਪੂਰਾ ਕਰੇ ਤਾਂ ਜਿਉਂਦੇ ਬੱਕਰੇ ਨੂੰ ਲਿਆਵੇ ਅਤੇ ਹਾरून ਆਪਣੇ ਦੋਹਾਂ ਹੱਥਾਂ ਨੂੰ ਜਿਉਂਦੇ ਬੱਕਰੇ ਦੇ ਸਿਰ ਉੱਤੇ ਧਰੇ ਅਤੇ ਇਜ਼ਰਾਈਲੀਆਂ ਦੀਆਂ ਬਦੀਆਂ ਨੂੰ ਅਤੇ ਉਹਨਾਂ ਦੇ ਸਾਰਿਆਂ ਪਾਪਾਂ ਵਿੱਚ ਉਹਨਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਹਨਾਂ ਨੂੰ ਧਰ ਕੇ ਉਸ ਦੇ ਉੱਤੇ ਇਕਰਾਰ ਕਰੇ ਅਤੇ ਉਸ ਨੂੰ ਕਿਸੇ ਤਿਆਰ ਮਨੁੱਖ ਦੇ ਹੱਥ ਨਾਲ ਉਜਾੜ ਵਿੱਚ ਭੇਜ ਦੇਵੇ ਅਤੇ ਉਹ ਬੱਕਰਾ ਉਹਨਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਇੱਕ ਦੂਰ ਦੇਸ਼ ਨੂੰ ਚਲਿਆ ਜਾਵੇ ਅਤੇ ਉਹ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ। ਇਹ ਸਭ ਦਿਖਾਉਂਦੇ ਹਨ ਕਿ ਪੁਰਾਣੇ ਨੇਮ ਵਿੱਚ ਆਰਾਧਨਾ ਦਾ ਮੁੱਖ ਸ਼ਬਦ ਪ੍ਰਾਸ਼ਚਿਤ ਹੈ। ਸਵਰਗ ਵਿੱਚ ਸਾਡੇ ਪਾਪ ਇੰਨੇ ਗੰਭੀਰ ਸੀ ਕਿ ਮੂਸਾ ਦੇ ਸਮੇਂ ਤੋਂ ਯੀਸ਼ੂ ਦੇ ਧਰਤੀ ਤੇ ਆਉਣ ਦੇ ਸਮੇਂ ਤੱਕ 1500 ਸਾਲ ਦੇ ਲੰਬੇ ਸਮੇਂ ਤੱਕ ਅਣਗਿਣਤ ਲੇਲੇ ਅਤੇ ਬੱਕਰੀਆਂ ਦੀਆਂ ਲਗਾਤਾਰ ਬਲੀ ਕੀਤੀ ਗਈ ਸੀ। ਜਦੋਂ ਕਦੀ ਕਿਸੇ ਪਸ਼ੂ ਦੀ ਬਲੀ ਕੀਤੀ ਜਾਂਦੀ ਹੈ ਤਾਂ ਉਹ ਸਿਰਫ ਪਸ਼ੂ ਨਹੀਂ ਜੋ ਮਾਰੇ ਜਾਂਦੇ ਹਨ, ਉਹ ਅਸਲ ਵਿੱਚ ਅਸੀਂ ਹਾਂ ਜੋ ਮਾਰੇ ਜਾ ਰਹੇ ਹਨ। ਉਹ ਪਸ਼ੂ ਸਾਡੇ ਪਾਪਾਂ ਦੇ ਬਦਲੇ ਸੀ। ਇਹੀ ਪੁਰਾਣੇ ਅਤੇ ਨਵੇਂ ਨੇਮਾਂ ਵਿੱਚ ਆਰਾਧਨਾ ਦਾ ਸਾਰ ਹੈ। ਪਾਪੀਆਂ ਨੂੰ ਤੋਬਾ ਦਾ ਮਨ ਅਤੇ ਇਸ ਤਰ੍ਹਾਂ ਦੇ ਸੰਕਲਪ ਦੇ ਨਾਲ ਪਸ਼ੂਆਂ ਦੀ ਮੌਤ ਦੇਖਣੀ ਚਾਹੀਦੀ ਹੈ ਕਿ ਮੈਂ ਇਸ ਪ੍ਰਕਾਰ ਦਾ ਪਾਪ ਹੋਰ ਕਦੀ ਨਹੀਂ ਕਰਾਂਗਾ। ਜੇਕਰ ਆਰਾਧਨਾ ਨਾ ਹੁੰਦੀ ਤਾਂ ਤੋਬਾ ਕਰਨ ਦਾ ਰਾਹ ਅਤੇ ਪ੍ਰਾਇਸ਼ਚਿਤ ਕਰਨ ਦਾ ਸੁਨਹਿਰੀ ਮੌਕਾ ਨਾ ਹੁੰਦਾ। ਆਓ ਅਸੀਂ ਇਬਰਾਨੀਆਂ ਅਧਿਆਇ 7 ਤੇ ਜਾਈਏ। ਅਧਿਆਇ 7 ਵਚਨ 11। ਸੋ ਜੇ ਲੇਵੀ ਜਾਜਕਾਈ ਨਾਲ ਜਿਹਦੇ ਹੁੰਦਿਆਂ ਕੌਮਾਂ ਨੂੰ ਸ਼ਰ੍ਹਾ ਮਿਲੀ ਸੀ ਸੰਪੂਰਨਤਾ ਹੀ ਪ੍ਰਾਪਤ ਹੁੰਦੀ ਤਾਂ ਫਿਰ ਕੀ ਲੋੜ ਸੀ ਜੋ ਮਲਕੀਸੇਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾरून ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ, ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਸ਼ਰ੍ਹਾ ਦਾ ਵੀ ਬਦਲਣਾ ਅਵਸ਼ ਹੈ। ਜਾਜਕਾਈ ਹਾरून ਦੀ ਰੀਤੀ ਨਾਲ ਮਲਕੀਸੇਦਕ ਦੀ ਰੀਤੀ ਵਿੱਚ ਬਦਲ ਗਈ ਅਤੇ ਪੁਰਾਣਾ ਨੇਮ ਨਵੇਂ ਨੇਮ ਵਿੱਚ ਬਦਲ ਗਿਆ। ਜਿਵੇਂ ਇੱਥੇ ਕਿਹਾ ਗਿਆ ਹੈ, ਮਨੁੱਖ ਜਾਤੀ ਲੇਵੀਆ ਜਾਜਕ ਪਦਵੀ ਅਰਥਾਤ ਮੂਸਾ ਦੇ ਸਮੇਂ ਦੇ ਜਾਜਕ ਪਦਵੀ ਤੋਂ ਉਹ ਆਰਾਧਨਾ ਸੰਪੂਰਨ ਨਹੀਂ ਸੀ, ਬਲਕਿ ਇੱਕ ਨਮੂਨਾ ਸੀ। ਪਰ ਮਲਕੀਸੇਦਕ ਦੀ ਰੀਤੀ ਵਿੱਚ ਕੀਤੀ ਗਈ ਆਰਾਧਨਾ ਸੰਪੂਰਨ ਹੈ। ਮਲਕੀਸੇਦਕ ਦੀ ਰੀਤੀ ਵਿੱਚ ਕੀਤੀ ਜਾਣ ਵਾਲੀ ਆਰਾਧਨਾ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਰਮੇਸ਼ਵਰ ਨੇ ਸਾਡੇ ਪਾਪਾਂ ਨੂੰ ਚੁੱਕ ਲਿਆ ਹੈ ਨਾ। ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਸਾਡੇ ਪਾਪਾਂ ਨੂੰ ਮਾਫ ਕਰਦੇ ਹਨ ਅਤੇ ਸਾਨੂੰ ਪਰਮੇਸ਼ਵਰ ਦੀ ਸੰਤਾਨ ਬਣਨ ਦਾ ਅਧਿਕਾਰ ਦਿੰਦੇ ਹਨ ਅਤੇ ਆਪਣੇ ਕੀਮਤੀ ਲਹੂ ਨਾਲ ਸਾਡਾ ਸਵਰਗੀ ਘਰ ਦੁਬਾਰਾ ਸਥਾਪਿਤ ਕਰਦੇ ਹਨ ਤਾਂ ਜੋ ਅਸੀਂ ਸਦੀਪਕ ਜੀਵਨ ਅਤੇ ਆਸ਼ੀਸ਼ ਪਾ ਸਕੀਏ। ਇਹ ਆਰਾਧਨਾ ਦੇ ਜ਼ਰੀਏ ਸਾਨੂੰ ਦਿੱਤਾ ਗਿਆ ਪਰਮੇਸ਼ਵਰ ਦਾ ਮਹਾਨ ਪਿਆਰ ਹੈ ਨਾ। ਇਸ ਗੱਲ ਨੂੰ ਮਨ ਵਿੱਚ ਰੱਖਦੇ ਹੋਏ ਆਓ ਅਸੀਂ ਇਬਰਾਨੀਆਂ ਅਧਿਆਇ 7 ਵਚਨ 21 ਤੇ ਜਾਈਏ। ਵਚਨ 21 ਕਹਿੰਦਾ ਹੈ, ਕਿਉਂ ਜੋ ਉਹ ਬਿਨਾਂ ਸਹੁੰ ਖਾਦੇ ਜਾਜਕ ਬਣੇ ਹਨ, ਪਰ ਇਹ ਸਹੁੰ ਖਾਣ ਨਾਲ ਉਸ ਤੋਂ ਬਣਿਆ ਜਿਨ ਉਸ ਨੂੰ ਆਖਿਆ ਪ੍ਰਭੂ ਨੇ ਸਹੁੰ ਖਾਦੀ ਅਤੇ ਉਹ ਨਹੀਂ ਬਦਲੇਗਾ, ਤੂੰ ਸਦਾ ਤੱਕ ਕੀ ਹੈ, ਸਦਾ ਤੱਕ ਦਾ ਯਾਜਕ ਹੈ। ਸੋ ਯੀਸ਼ੂ ਇੱਕ ਹੋਰ ਵੀ ਉੱਤਮ ਨੇਮ ਦਾ ਜਾਮਨ ਬਣਿਆ। ਫਿਰ ਉਹ ਤਾਂ ਬਹੁਤੇ ਜਾਜਕ ਬਣੇ ਸਨ, ਇਸ ਲਈ ਜੋ ਮੌਤ ਨੇ ਉਹਨਾਂ ਨੂੰ ਟਿਕਣ ਨਾ ਦਿੱਤਾ, ਪਰ ਇਹ ਸਦਾ ਤੱਕ ਜੋ ਰਹਿੰਦਾ ਹੈ। ਇਸ ਕਰਕੇ ਇਹਦੀ ਜਾਜਕਾਈ ਕਿਸ ਪ੍ਰਕਾਰ ਦੀ ਹੈ? ਅਟਲ ਹੈ। ਯੀਸ਼ੂ ਨੇ ਇਸ ਧਰਤੀ ਤੇ ਆ ਕੇ ਨਵੇਂ ਨੇਮ ਦੀ ਜਾਜਕ ਪਦਵੀ ਨਾਲ ਮਨੁੱਖ ਜਾਤੀ ਲਈ ਖੁਦ ਦਾ ਬਲੀਦਾਨ ਕੀਤਾ ਸੀ। ਇਹ ਆਰਾਧਨਾ ਕਿਸ ਪ੍ਰਕਾਰ ਦੀ ਜਾਜਕ ਪਦਵੀ ਹੈ? ਇਹ ਜਾਜਕ ਪਦਵੀ ਅਟਲ ਹੈ। ਉਹਨਾਂ ਦਾ ਜਾਜਕ ਦੀ ਪਦਵੀ ਕਦੀ ਬਦਲ ਨਹੀਂ ਸਕਦੀ। ਇਹ ਅਟਲ ਹੈ। ਜੇਕਰ ਯੀਸ਼ੂ ਦੇ ਕੋਲ ਜਾਜਕ ਪਦਵੀ ਹੈ ਤਾਂ ਕੀ ਇਸ ਦਾ ਅਰਥ ਇਹ ਨਹੀਂ ਹੈ ਕਿ ਪਰਮੇਸ਼ਵਰ ਨੂੰ ਚੜਾਉਣ ਦੇ ਲਈ ਬਲੀਦਾਨ ਹੈ? ਸਿਰਫ ਤਦ ਜਦੋਂ ਬਲੀਦਾਨ ਹੁੰਦੇ ਹਨ ਤਾਂ ਜਾਜਕ ਪਦਵੀ ਅਤੇ ਜਾਜਕ ਦੀ ਜ਼ਰੂਰਤ ਹੁੰਦੀ ਹੈ ਨਾ। ਆਓ ਅਸੀਂ ਵਚਨ 25 ਦੇ ਨਾਲ ਜਾਰੀ ਰੱਖੀਏ। ਇਸ ਲਈ ਉਹ ਉਹਨਾਂ ਦਾ ਜਿਹੜੇ ਉਹਦੇ ਰਾਹੀਂ ਪਰਮੇਸ਼ਵਰ ਦੇ ਕੋਲ ਆਉਂਦੇ ਹਨ
ਉਹ ਕਿਸ ਨਾਲ ਉਹਨਾਂ ਨੂੰ ਨਿਸਤਾਰਾ ਦੇ ਸਕਦਾ ਹੈ? ਯੀਸ਼ੂ ਉਸ ਜਾਜਕ ਪਦਵੀ ਨਾਲ ਜੋ ਉਹਨਾਂ ਦੇ ਕੋਲ ਥੋੜੇ ਸਮੇਂ ਤੋਂ ਹੈ, ਪਰਮੇਸ਼ਵਰ ਦੇ ਕੋਲ ਆਉਣ ਵਾਲਿਆਂ ਨੂੰ ਪੂਰਾ ਨਿਸਤਾਰਾ ਦੇ ਸਕਦੀ ਹੈ, ਕਿਉਂ ਜੋ ਉਹ ਉਹਨਾਂ ਦੀ ਸਿਫਾਰਿਸ਼ ਕਰਨ ਨੂੰ ਸਦਾ ਜਿਉਂਦਾ ਹੈ। ਇਹ ਉਹੀ ਗੱਲ ਹੈ ਜੋ ਬਾਈਬਲ ਸਾਨੂੰ ਸਿਖਾਉਂਦੀ ਹੈ। ਤਦ ਯੀਸ਼ੂ ਦੇ ਕੋਲ ਕਿਸ ਪ੍ਰਕਾਰ ਦੀ ਜਾਜਕ ਪਦਵੀ ਹੈ? ਆਓ ਅਸੀਂ ਇਬਰਾਨੀਆਂ ਅਧਿਆਇ 5 ਵਚਨ 8 ਦੇਖੀਏ। ਅਤੇ ਉਹ ਭਾਵੇਂ ਪੁੱਤਰ ਸੀ, ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ, ਅਤੇ ਉਹ ਸਿੱਧ ਹੋ ਕੇ ਉਹਨਾਂ ਸਭਨਾਂ ਦੀ ਜਿਹੜੇ ਉਹਦੇ ਆਗਿਆਕਾਰ ਹਨ ਸਦਾ ਦੀ ਰੀਤੀ ਦਾ ਕਾਰਨ ਹੋ ਗਿਆ, ਕਿ ਉਹ ਪਰਮੇਸ਼ਵਰ ਦੀ ਵੱਲੋਂ ਮਲਕੀਸਦਕ ਦੀ ਪਦਵੀ ਦੇ ਅਨੁਸਾਰ ਕਿਸ ਪ੍ਰਕਾਰ ਦਾ ਜਾਜਕ ਆਖਿਆ ਗਿਆ? ਪ੍ਰਧਾਨ ਜਾਜਕ ਕਰਕੇ ਆਖਿਆ ਗਿਆ। ਇਹ ਗੱਲ ਕੀ ਪ੍ਰਧਾਨ ਜਾਜਕ ਹੈ ਦਿਖਾਉਂਦਾ ਹੈ ਕਿ ਬਲੀਦਾਨ ਅਰਥਾਤ ਪਰਮੇਸ਼ਵਰ ਦੀ ਆਰਾਧਨਾ ਹੈ, ਕਿਉਂਕਿ ਯੀਸ਼ੂ ਮਲਕੀਸਦਕ ਦੀ ਰੀਤੀ ਵਿੱਚ ਪ੍ਰਧਾਨ ਜਾਜਕ ਹੈ। ਇਸ ਲਈ ਸਾਨੂੰ ਸਹੀ ਢੰਗ ਨਾਲ ਇਹ ਸਮਝਣਾ ਚਾਹੀਦਾ ਹੈ ਕਿ ਮਲਕੀਸਦਕ ਦੀ ਰੀਤੀ ਕੀ ਹੈ। ਮਲਕੀਸਦਕ ਉਤਪਤ ਅਧਿਆਇ 14 ਵਚਨ 17 ਵਿੱਚ ਦਿਖਾਈ ਦਿੰਦਾ ਹੈ। ਉਹ ਜਾਜਕ ਸੀ ਜਿਸ ਨੇ ਅਬਰਾਹਮ ਨਾਲ ਭੇਂਟ ਕਰਦੇ ਸਮੇਂ ਉਸ ਨੂੰ ਰੋਟੀ ਅਤੇ ਦਾਖਰਸ ਨਾਲ ਉਸ ਨੂੰ ਆਸ਼ੀਸ਼ ਦਿੱਤੀ ਸੀ। ਜੇਕਰ ਯੀਸ਼ੂ ਮਲਕੀਸਦਕ ਦੀ ਰੀਤੀ ਵਿੱਚ ਪ੍ਰਧਾਨ ਜਾਜਕ ਹਨ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਉਹ ਉਸ ਜਾਜਕ ਪਦਵੀ, ਉਸ ਦੀ ਵਿਧੀ ਅਤੇ ਤਰੀਕੇ ਦਾ ਪਾਲਨ ਕਰਦੇ ਹਨ, ਹੈ ਨਾ? ਇਸ ਤਰ੍ਹਾਂ ਕਿਸ ਨੇ ਕੀਤਾ ਸੀ? ਬਾਈਬਲ ਕਹਿੰਦੀ ਹੈ ਕਿ ਯੀਸ਼ੂ ਮਸੀਹ ਮਲਕੀਸਦਕ ਦੀ ਰੀਤੀ ਵਿੱਚ ਪ੍ਰਧਾਨ ਜਾਜਕ ਹੈ। ਤਦ ਆਓ ਅਸੀਂ ਮੱਤੀ ਅਧਿਆਇ 26 ਵਚਨ 17 ਵਿੱਚ ਇਹ ਦੇਖੀਏ ਕਿ ਯੀਸ਼ੂ ਨੇ ਮਲਕੀਸਦਕ ਦੀ ਜਾਜਕ ਪਦਵੀ ਨੂੰ ਕਿਵੇਂ ਨਤੀਜਾ ਦਿੱਤਾ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਮਲਕੀਸਦਕ ਦਾ ਨਿਸ਼ਾਨ ਰੋਟੀ ਅਤੇ ਦਾਖਰਸ ਹੈ। ਆਓ ਅਸੀਂ ਦੇਖੀਏ ਕਿ ਯੀਸ਼ੂ ਮਸੀਹ ਨੇ ਜੋ ਮਲਕੀਸਦਕ ਦੀ ਰੀਤੀ ਤੇ ਚੱਲੇ ਸੀ, ਪ੍ਰਧਾਨ ਜਾਜਕ ਦੀ ਜਾਜਕ ਪਦਵੀ ਨੂੰ ਕਿਵੇਂ ਪੂਰਾ ਕੀਤਾ। ਜਦੋਂ ਖਾ ਰਹੇ ਸਨ ਤਦ ਯੀਸ਼ੂ ਨੇ ਕੀ ਲਈ? ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਕਿਸ ਦੇ ਲਈ? ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਜਿਸ ਤਰ੍ਹਾਂ ਮਲਕੀਸਦਕ ਨੇ ਰੋਟੀ ਅਤੇ ਦਾਖਰਸ ਨਾਲ ਅਬਰਾਹਮ ਨੂੰ ਆਸ਼ੀਸ਼ ਦਿੱਤੀ ਸੀ, ਠੀਕ ਉਸੇ ਤਰ੍ਹਾਂ ਨਵੇਂ ਨੇਮ ਦੇ ਸਮੇਂ ਵਿੱਚ ਮਲਕੀਸਦਕ ਦੇ ਜਾਜਕ ਪਦਵੀ ਵਾਲੇ ਮਸੀਹ ਨੇ ਪ੍ਰਧਾਨ ਜਾਜਕ ਦੇ ਰੂਪ ਵਿੱਚ ਕੀ ਕੀਤਾ? ਉਹਨਾਂ ਨੇ ਰੋਟੀ ਅਤੇ ਦਾਖਰਸ ਨਾਲ ਕੀ ਸਥਾਪਿਤ ਕੀਤਾ? ਉਹਨਾਂ ਨੇ ਨਵੇਂ ਨੇਮ ਨੂੰ ਸਥਾਪਿਤ ਕੀਤਾ। ਨਵੇਂ ਨੇਮ ਦੇ ਵਿਸ਼ੇ ਵਿੱਚ ਯੀਸ਼ੂ ਨੇ ਯਹੂਨਾ ਦੇ 6 ਵਚਨ 54 ਵਿੱਚ ਕਿਹਾ, ਜੋ ਮਨੁੱਖ ਦੇ ਪੁੱਤਰ ਦਾ ਮਾਂਸ ਖਾਂਦਾ ਅਤੇ ਉਸ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਅੰਤਿਮ ਦਿਨ ਫਿਰ ਜਿਉਂਦਾ ਉਠਾਵਾਂਗਾ। ਕਿਉਂਕਿ ਸਾਡੇ ਵਿੱਚ ਮਨੁੱਖ ਦੇ ਪੁੱਤਰ ਦਾ ਮਾਂਸ ਅਤੇ ਲਹੂ ਹੈ, ਇਸ ਲਈ ਪਰਮੇਸ਼ਵਰ ਨੇ ਸਾਨੂੰ ਆਪਣੀ ਸੰਤਾਨ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ ਅਤੇ ਸਾਡੇ ਤੇ ਮੋਹਰ ਲਗਾਈ ਹੈ, ਹੈ ਨਾ? ਸਾਰੇ ਲੋਕੋ, ਇਸ ਨੇਮ ਨੂੰ ਕਿਸ ਦੇ ਦੁਆਰਾ ਪੂਰਾ ਕੀਤਾ ਜਾਂਦਾ ਹੈ? ਇਹ ਆਰਾਧਨਾ ਨਾਲ ਪੂਰਾ ਕੀਤਾ ਜਾਂਦਾ ਹੈ। ਪਸਾ ਜਿਸ ਤੋਂ ਨਵੇਂ ਨੇਮ ਦੀ ਘੋਸ਼ਣਾ ਕੀਤੀ ਗਈ ਸੀ, ਇੱਕ ਆਰਾਧਨਾ ਹੈ। ਅਤੇ ਜਿਵੇਂ ਯੀਸ਼ੂ ਨੇ ਮਰਕੁਸ ਅਧਿਆਇ 2 ਵਿੱਚ ਕਿਹਾ ਸੀ, ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਸਵਾਮੀ ਹੈ। ਸਬਤ ਦਾ ਦਿਨ ਵੀ ਆਰਾਧਨਾ ਹੈ ਅਤੇ ਹਰ ਰੋਜ਼ ਹੋਮ ਬਲੀ ਵੀ ਆਰਾਧਨਾ ਹੈ। ਸਾਡੇ ਪਾਪੀਆਂ ਦੇ ਲਈ ਤੋਬਾ ਕਰਨ, ਪਾਪਾਂ ਦੀ ਮਾਫੀ ਪਾਉਣ ਅਤੇ ਸਦੀਪਕ ਸਵਰਗ ਦੇ ਰਾਜ ਨੂੰ ਦੁਬਾਰਾ ਸਥਾਪਿਤ ਕਰਨ ਦੇ ਸਾਰੇ ਪੜਾਵਾਂ ਵਿੱਚ ਜੇਕਰ ਆਰਾਧਨਾ ਨਾ ਹੁੰਦੀ ਤਾਂ ਪਾਪਾਂ ਦੀ ਮਾਫੀ ਜਾਂ ਤੋਬਾ ਨਾ ਹੁੰਦੀ। ਅਸੀਂ ਸਾਰੇ ਸਵਰਗ ਦੇ ਰਾਜ ਵਿੱਚ ਜਾਣਾ ਚਾਹੁੰਦੇ ਹਾਂ। ਸਿਰਫ ਇਹ ਗੱਲ ਕਿ ਅਸੀਂ ਪਰਮੇਸ਼ਵਰ ਨੂੰ ਇਸ ਤਰ੍ਹਾਂ ਦੀ ਸੱਚੀ ਆਰਾਧਨਾ ਚੜਾ ਰਹੇ ਹਾਂ ਜਿਸ ਨੂੰ ਪਰਮੇਸ਼ਵਰ ਸਵੀਕਾਰ ਕਰਦੇ ਹਨ, ਦਿਖਾਉਂਦਾ ਹੈ ਕਿ ਅਸੀਂ ਦੁਨੀਆ ਦੇ 7.7 ਅਰਬ ਲੋਕਾਂ ਵਿੱਚੋਂ ਸਭ ਤੋਂ ਧਨ ਲੋਕ ਹਾਂ, ਹੈ ਨਾ? ਕਿਉਂਕਿ ਮਲਕੀਸਦਕ ਦੀ ਰੀਤੀ ਅਟਲ ਜਾਜਕ ਪਦਵੀ ਹੈ ਅਤੇ ਇਹ ਆਰਾਧਨਾ ਕਦੀ ਨਹੀਂ ਬਦਲੇਗੀ। ਇਸ ਲਈ ਆਓ ਅਸੀਂ ਨਵੇਂ ਨੇਮ ਵਿੱਚ ਅੰਤ ਤੱਕ ਰਹੀਏ ਅਤੇ ਪਿਤਾ ਅਤੇ ਮਾਤਾ ਜੀ ਨੂੰ ਵਡਿਆਈ ਦੇ ਕੇ ਆਪਣੇ ਸਵਰਗੀ ਘਰ ਵਾਪਸ ਚਲੀਏ। ਇਸ ਦੇ ਨਾਲ ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ।
ਤੁਹਾਡਾ ਬਹੁਤ-ਬਹੁਤ ਧੰਨਵਾਦ।